ਸ਼ਹੀਦ ਤੇ ਸ਼ਹਾਦਤ। ਸ਼ਹੀਦ ਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹਾਦਤ ਦੇ ਆਖਰੀ ਅਰਥ ਗਵਾਹੀ ਦੇ ਹਨ ਤੇ ਸ਼ਹੀਦ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ। ਦੀਨ ਦੁਖੀ ਦੀ ਰੱਖਿਆ ਅਤੇ ਸਤ ਧਰਮ ਦੇ ਪ੍ਰਕਾਸ਼ ਲਈ ਸਿਰ ਤੇ ਆ ਬਣੀ ਭੀੜ ਦਾ ਡਟ ਕੇ ਮੁਕਾਬਲਾ ਕਰਨਾ ਤੇ ਪੈਰ ਪਿੱਛੇ ਵੱਲ ਨਾ ਪੁੱਟਣਾ, ਭਾਵੇਂ ਇਹ ਸੇਵਾ ਕਰਦਿਆਂ ਬੰਦ ਕਟਾ ਕੇ ਸਰੀਰ ਤਿਆਗਣ ਦੀ ਨੌਬਤ ਆ ਜਾਵੇ। ਇਹ ਹੈ ਸੂਰਮੇ ਸ਼ਹੀਦ ਪੁਰਖ ਦਾ ਕਰਤੱਵ ਤੇ ਉਸ ਦੀ ਪਛਾਣ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਮਰਨ ਮੁਨਸਾਂ ਸੂਰਿਆਂ ਹੱਕ ਹੈ। ਅਜਿਹੇ ਸੂਰਮੇ ਮੌਤ ਦੇ ਬੂਹੇ ਤੋਂ ਲੰਘ ਕੇ ਹੱਕ ਤੇ ਸੱਚ ਦੀ ਗਵਾਹੀ ਭਰਦੇ ਹਨ, ਜਿਸ ਤੋਂ ਸੱਤ ਦਾ ਪ੍ਰਕਾਸ਼ ਸਾਰੇ ਛਾ ਜਾਂਦਾ ਹੈ। ਅਸਲ ਵਿੱਚ ਤਾਂ ਭਾਵੇਂ ਕੋਈ ਸੂਰਮਾ ਜਿੰਦਾ ਰਹਿ ਕੇ ਇਸ ਸੱਚ ਦੀ ਉਗਾਈ ਦੇਵੇ ਜਾਂ ਮੌਤ ਪ੍ਰਵਾਨ ਕਰਕੇ, ਉਹ ਹਰ ਹਾਲਤ ਵਿੱਚ ਹੀ ਸ਼ਹੀਦ ਹੈ। ਪਰ ਆਮ ਮੁਹਾਵਰੇ ਵਿੱਚ ਤੇ ਆਮ ਪ੍ਰਚਲਿਤ ਅਰਥਾਂ ਵਿੱਚ ਮੌਤ ਦੇ ਘਾਟ ਉਤਰ ਚੁੱਕੇ ਸੂਰਮੇ ਲਈ ਹੀ ਸ਼ਹੀਦ ਪਦ ਵਰਤਿਆ ਜਾਂਦਾ ਹੈ। ਅਸਲ ਵਿੱਚ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਪਹਿਚਾਣ ਕਬੀਰ ਜੀ ਅਨੁਸਾਰ ਇਸ ਪ੍ਰਕਾਰ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਘਟ ਮਰੈ ਕਬਹੂ ਨਾ ਛਾਡੈ ਖੇਤ। ਸ਼ਹੀਦ ਨਿਰਮਲ ਆਤਮਾ ਤੇ ਤਿੱਖਣ ਬੁੱਧੀ ਵਾਲੇ ਹੋਣ ਕਰਕੇ ਜਦੋਂ ਸੱਚ ਤੇ ਨਿਆਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਤੇ ਗਵਾਹੀ ਦਿੰਦੇ ਹਨ, ਤਾਂ ਝੂਠੇ ਤੇ ਅੰਧ ਵਿਸ਼ਵਾਸੀ ਲੋਕ ਉਹਨਾਂ ਦੇ ਵਿਰੁੱਧ ਹੋ ਜਾਂਦੇ ਹਨ। ਸੱਚਾਈ ਤੇ ਹੱਕ ਲਈ ਡਟਣ ਵਾਲਿਆਂ ਨੂੰ ਉਹ ਦੁੱਖ ਤੇ ਕਸ਼ਟ ਦਿੰਦੇ ਹਨ ਤੇ ਕਈ ਵਾਰ ਜਾਨ ਤੋਂ ਵੀ ਮਾਰ ਦਿੰਦੇ ਹਨ। ਪਰ ਸ਼ਹੀਦ ਵਿਅਕਤੀ ਸੱਚਾਈ, ਇਨਸਾਫ, ਨੇਕੀ, ਹੱਕ ਤੇ ਅਸਲੀਅਤ ਤੇ ਡਟੇ ਰਹਿੰਦੇ ਹਨ। ਕੁੜਿਆਰਾਂ ਤੇ ਕੁਰਾਹੇ ਪਏ ਲੋਕਾਂ ਦੇ ਦਿੱਤੇ ਕਸ਼ਟਾਂ ਦੀ ਪਰਵਾਹ ਨਹੀਂ ਕਰਦੇ ਤੇ ਜਾਨ ਉੱਤੇ ਖੇਡ ਜਾਂਦੇ ਹਨ। ਅਜਿਹੇ ਵਿਅਕਤੀਆਂ ਨੂੰ ਸੰਸਾਰ ਸ਼ਹੀਦੀ ਪਦਵੀ ਦੇ ਕੇ ਸਤਿਕਾਰਦਾ ਹੈ। ਸ਼ਹੀਦ ਸ਼ਬਦ ਮੁਸਲਮਾਨਾਂ ਦੇ ਰਾਹੀਂ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਇਆ ਹੈ, ਪਰ ਹੁਣ ਮੁਸਲਮਾਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵਿੱਚ ਇਹਦੇ ਅਰਥ ਬਦਲ ਗਏ ਹਨ। ਉਹਨਾਂ ਨੇ ਸ਼ਹਾਦਤ ਦੇ ਸ਼ਬਦ ਨੂੰ ਆਮ ਤੌਰ ਤੇ ਹਰ ਭਲੇ ਇਨਸਾਨ ਦੀ ਮੌਤ ਲਈ ਵਰਤ ਲਿਆ ਹੈ ਤੇ ਕਈ ਵਾਰ ਬਿਮਾਰੀਆਂ ਨਾਲ ਮਰ ਗਿਆ ਨੂੰ ਵੀ ਉਹ ਸ਼ਹੀਦ ਕਹਿੰਦੇ ਹਨ। ਹਿੰਦੂਆਂ ਦੇ ਪੁਰਾਣੇ ਇਤਿਹਾਸ ਵਿੱਚ ਸ਼ਹੀਦ ਤੇ ਸ਼ਹਾਦਤ ਦਾ ਜ਼ਿਕਰ ਹੀ ਨਹੀਂ। ਪ੍ਰਹਿਲਾਦ ਦੀ ਸਾਖੀ ਨਾਲ ਹੀ ਸ਼ਾਇਦ ਜ਼ਿਕਰ ਆਇਆ ਹੋਵੇ। ਅੱਜ ਹਿੰਦੂਆਂ ਵਿੱਚ ਸ਼ਹੀਦ ਦੀ ਵਿਆਖਿਆ ਹੋਰ ਹੀ ਹੈ, ਪਰ ਸਿੱਖ ਸ਼ਹੀਦ ਦੀ ਤਾਰੀਫ ਹਿੰਦੂਆਂ ਤੇ ਮੁਸਲਮਾਨਾਂ ਵਾਂਗ ਨਹੀਂ ਮੰਨਦੇ। ਸਿੱਖ ਤਾਂ ਇਹ ਮੰਨਦੇ ਹਨ ਕਿ ਸ਼ਹੀਦ ਵਿਅਕਤੀ ਮਨੁੱਖ ਜਾਤੀ ਦੇ ਧਾਰਮਿਕ, ਭਾਈਚਾਰਕ ਤੇ ਰਾਜਨੀਤਿਕ ਗੱਲ ਕੀ ਹਰ ਤਰ੍ਹਾਂ ਅਤਿਆਚਾਰ, ਵਧੀਕੀ, ਬੇਇਨਸਾਫੀ, ਧੱਕੇ ਤੇ ਜ਼ਬਰ ਵਿਰੁੱਧ ਆਵਾਜ਼ ਉਠਾਉਂਦਾ ਤੇ ਕੁਰਬਾਨੀ ਕਰਦਾ ਹੈ। ਇਸ ਦੇ ਨਾਲ ਹੀ ਸ਼ਹੀਦ ਦੇ ਕੁਝ ਹੋਰ ਲੱਛਣ ਵੀ ਸਿੱਖੀ ਵਿੱਚ ਮੰਨੇ ਜਾਂਦੇ ਹਨ। ਦੋ ਮੁੱਖ ਗੁਣ ਸਬਰ ਤੇ ਸਿਦਕ ਸ਼ਹੀਦ ਵਿੱਚ ਹੁੰਦੇ ਹਨ। ਜਿਸ ਵਿੱਚ ਸਿਦਕ ਨਾ ਹੋਵੇ, ਉਹ ਕਿਸੇ ਆਸ਼ੇ, ਵਿਚਾਰ ਜਾਂ ਕਰਮ ਲਈ ਕੁਰਬਾਨੀ ਨਹੀਂ ਕਰ ਸਕਦਾ। ਸਿਦਕ ਤੇ ਕੁਰਬਾਨੀ ਤਾਂ ਸ਼ਹੀਦ ਦੀ ਬੁਨਿਆਦ ਹੈ। ਫਿਰ ਸਬਰ ਦੀ ਬੜੀ ਲੋੜ ਹੈ। ਆਮ ਸੰਸਾਰੀ ਜੀਵ ਤੁਰਤ ਘਬਰਾ ਜਾਂਦਾ ਹੈ, ਤੰਗ ਆ ਜਾਂਦਾ ਹੈ ਤੇ ਅੱਕ ਕੇ ਕਈ ਵਾਰ ਆਪਣਾ ਰਾਹ ਛੱਡ ਦਿੰਦਾ ਹੈ। ਪਰ ਸ਼ਹੀਦ ਬੜੇ ਸਬਰ ਵਾਲਾ ਹੁੰਦਾ ਹੈ। ਉਸ ਦਾ ਸਬਰ ਦਾ ਗੁਣ ਉਸ ਤੋਂ ਅਸਧਾਰਨ ਕੰਮ ਕਰਵਾ ਦਿੰਦਾ ਹੈ। ਸ਼ਹੀਦ ਦੇ ਨੇੜੇ ਦੋ ਔਗਣ ਨਹੀਂ ਜਾ ਸਕਦੇ, ਇੱਕ ਭਰਮ ਤੇ ਦੂਜਾ ਡਰ। ਭਰਮ ਕਰਨ ਵਾਲਾ ਮਨੁੱਖ ਸ਼ਹਾਦਤ ਕਿਵੇਂ ਪਾ ਸਕਦਾ ਹੈ? ਡਰਨ ਵਾਲਾ ਕਿਸੇ ਚੰਗੀ ਗੱਲ ਲਈ ਡਟ ਨਹੀਂ ਸਕਦਾ। ਇਸ ਲਈ ਸ਼ਹੀਦ ਇਹਨਾਂ ਦੋਹਾਂ ਗੱਲਾਂ ਦਾ ਤਿਆਗੀ ਹੁੰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਸਬਰ ਸਿਦਕ ਸ਼ਹੀਦ ਭਰਮ
ਭਉ ਖੋਵਨਾ। ਚੰਗੇ ਖਿਆਲਾਂ ਤੇ ਚੰਗੇ ਅਮਲਾਂ ਵਾਲੇ ਨੂੰ ਦੁਨੀਆ ਵਿੱਚ ਕੁਰਬਾਨੀ ਦੇਣੀ ਹੀ ਪੈਂਦੀ ਹੈ। ਸੁਕਰਾਤ ਨੇ ਬੜਾ ਸੋਹਣਾ ਕਿਹਾ ਸੀ ਕਿ ਦਾਨਾ ਆਦਮੀ ਸਾਰੀ ਉਮਰ ਤਿਆਰੀ ਕਰਦਾ ਰਹਿੰਦਾ ਹੈ, ਤੇ ਜੇ ਮੌਤ ਦੇ ਆਉਣ 'ਤੇ ਉਹ ਸ਼ੋਕ ਪ੍ਰਗਟ ਕਰੇ ਤਾਂ ਮੂਰਖ ਗਿਣਿਆ ਜਾਏਗਾ। ਸ਼ਹੀਦ ਆਤਮਾ ਮੌਤ ਆਉਣ 'ਤੇ ਕਦੇ ਨਹੀਂ ਘਬਰਾਉਂਦੀ, ਸਗੋਂ ਆਪਣੇ ਆਦਰਸ਼ ਲਈ ਆਈ ਮੌਤ ਦਾ ਸਵਾਗਤ ਕਰਦੀ ਹੈ। ਗੁਰੂ ਅਰਜਨ ਦੇਵ ਜੀ ਨੂੰ ਕਿਹਾ ਗਿਆ ਕਿ ਤੁਸੀਂ ਗਲਤੀ ਮੰਨੋ ਜਿਹੜੀ ਖੁਸਰੋ ਦੀ ਤੁਸੀਂ ਮਦਦ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਤੁਕਾਂ ਬਦਲ ਦਿਓ, ਪਰ ਉਹ ਨਾ ਮੰਨੇ। ਅਸੂਲ ਦੀ ਲੜਾਈ ਸੀ ਜਿਸ ਵਿੱਚ ਉਹਨਾਂ ਨੂੰ ਭਾਵੇਂ ਤੱਤੀਆਂ ਤਵੀਆਂ 'ਤੇ ਬੈਠਣਾ ਪਿਆ ਤੇ ਦੇਗ ਵਿੱਚ ਉਬਲਣਾ ਪਿਆ, ਪਰ ਉਹਨਾਂ ਆਪਣੀ ਸੱਚੀ ਗੱਲ 'ਤੇ ਡਟ ਕੇ ਸਰਕਾਰ ਦੀ ਗੱਲ ਨਾ ਮੰਨੀ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਕਿ ਤੁਸੀਂ ਈਨ ਕਬੂਲ ਕਰ ਲਓ, ਪਰ ਉਹਨਾਂ ਇਨਕਾਰ ਕੀਤਾ। ਉਹ ਸਮਝਦੇ ਸਨ ਕਿ ਕਿਸੇ ਨੂੰ ਹੱਕ ਨਹੀਂ ਕਿ ਉਹ ਤਲਵਾਰ ਦੇ ਜ਼ੋਰ ਨਾਲ ਸਾਨੂੰ ਆਪਣੇ ਵਿਚਾਰ ਬਦਲਣ ਲਈ ਮਜਬੂਰ ਕਰੇ। ਉਹਨਾਂ ਨੂੰ ਮੌਤ ਦੇ ਡਰਾਵੇ ਦਿੱਤੇ ਗਏ, ਪਰ ਇਹਨਾਂ ਡਰਾਵਿਆਂ ਦਾ ਸ਼ਹੀਦ ਆਤਮਾ 'ਤੇ ਕੀ ਅਸਰ ਹੋ ਸਕਦਾ ਸੀ? ਉਹ ਤਾਂ ਭਰਮ ਭੋਹ ਤੋਂ ਰਹਿਤ ਸਨ। ਇਸ ਲਈ ਉਹਨਾਂ ਨੂੰ ਡੁਲਾਉਣ ਦੀਆਂ ਕੋਸ਼ਿਸ਼ਾਂ ਕਈ ਵਾਰ ਫੇਲ ਹੋ ਗਈਆਂ ਤੇ ਅਖੀਰ ਉਹਨਾਂ ਨੂੰ ਕੰਧਾਂ ਵਿੱਚ ਖੜੇ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਅੰਦਰ ਇਹ ਜਜ਼ਬਾ ਹੁੰਦਾ ਹੈ ਜਿਸ ਦਾ ਪ੍ਰਗਟਾ ਭਾਈ ਤਾਰਾ ਸਿੰਘ ਨੇ ਇਉਂ ਕੀਤਾ ਹੈ: ਲੜਨ ਮਰਨ ਤੋਂ ਡਰਨਾ ਸਿੰਘ ਦਾ ਕੰਮ ਨਹੀਂ। ਇਸ ਜਗਤ ਦਾ ਜਿਉਣਾ ਸੁਪਨੇ ਸਮਾਨ ਹੈ, ਇਸ ਲਈ ਮੌਤ ਦਾ ਭੈ ਕਿਉਂ? ਕਾਲ ਤੋਂ ਕੋਈ ਵੀ ਭੱਜ ਕੇ ਛੁਪ ਕੇ ਬਚ ਨਹੀਂ ਸਕਦਾ। ਸ਼ਹੀਦ ਬੜੇ ਦ੍ਰਿੜ ਇਰਾਦੇ ਦਾ ਮਾਲਕ ਹੁੰਦਾ ਹੈ। ਉਹਦੇ ਜੋ ਵਿਚਾਰ ਹਨ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਹ ਨਾ ਹੋਵੇ ਤਾਂ ਮਨੁੱਖ ਸ਼ਹਾਦਤ ਪ੍ਰਾਪਤ ਹੀ ਨਾ ਕਰ ਸਕੇ। ਹਕੀਕਤ ਰਾਏ ਨੇ ਜੋ ਕੁਰਬਾਨੀ ਦਿੱਤੀ ਉਹ ਅਟਲ ਵਿਸ਼ਵਾਸ ਸਦਕਾ ਸੀ। ਹਕੀਕਤ ਰਾਏ ਦਾ ਕਹਿਣਾ ਸੀ ਕਿ ਧਨ, ਧਾਮ, ਪਿਤਾ, ਭਾਈ ਤੇ ਬੰਧਪ ਕੋਈ ਸਾਥ ਨਹੀਂ ਦਿੰਦਾ, ਕੇਵਲ ਧਰਮ ਹੀ ਓੜਕ ਸਾਥ ਤੱਕ ਨਾਲ ਨਿਭਦਾ ਹੈ। ਜਿਸ ਧਰਮ ਨੂੰ ਮਜ਼ਬੂਤੀ ਨਾਲ ਪਕੜ ਲਿਆ ਉਸ ਦਾ ਨਾਮ ਜਗਤ ਵਿੱਚ ਅਮਰ ਹੋ ਗਿਆ। ਇਸ ਵਿਸ਼ਵਾਸ ਸਦਕਾ ਉਸਨੇ ਕੁਰਬਾਨੀ ਦਿੱਤੀ। ਜਦ ਮਨਸੂਰ ਸੂਲੀ 'ਤੇ ਚੜ੍ਹਨ ਲੱਗਾ ਤਾਂ ਕਿਸੇ ਨੇ ਪੁੱਛਿਆ, ਇਹ ਕੀ? ਮਨਸੂਰ ਨੇ ਸਮਝਾਇਆ ਕਿ ਇਸ਼ਕ ਦੀ ਨਮਾਜ਼ ਪੜ੍ਹਨ ਲਈ ਵੁਜੂ 5 ਇਸ਼ਨਾਨਾ ਸਦਾ ਖੂਨ ਨਾਲ ਹੀ ਕੀਤਾ ਜਾਂਦਾ ਹੈ। ਇਸ ਵਿੱਚ ਬੜੀ ਸੱਚਾਈ ਹੈ। ਜਿਤਨੀਆਂ ਵੀ ਕੁਰਬਾਨੀਆਂ ਹੋਈਆਂ ਉਹ ਸਭ ਇਸ ਦੀ ਪ੍ਰੋੜਤਾ ਕਰਦੀਆਂ ਹਨ। ਦੇਸ਼ ਪਿਆਰ ਲੋਕਾਂ ਵਿੱਚ ਜਾਗਿਆ ਤਾਂ ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਵਰਗਿਆਂ ਅਨੇਕਾਂ ਨੇ ਦੇਸ਼ ਪਿਆਰ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ। ਡਾਕਟਰੀ ਅਸੂਲ ਹੈ ਕਿ ਜਿਸ ਮਰੀਜ਼ ਦਾ ਖੂਨ ਮੁੱਕਦਾ ਜਾਏ ਜਾਂ ਬਹੁਤਾ ਖਰਾਬ ਹੋ ਜਾਏ ਉਸ ਨੂੰ ਤਾਜ਼ਾ ਤੇ ਨਰੋਆ ਖੂਨ ਦਿੱਤਾ ਜਾਂਦਾ ਹੈ। ਇਹੋ ਹਾਲ ਕੌਮਾਂ ਦਾ ਵੀ ਹੈ। ਬਿਮਾਰ ਕੌਮ ਜਦ ਗੁਲਾਮ, ਬੇਅਣਖੀ, ਬੇਹਿੰਮਤੀ ਤੇ ਨਕੰਮੀ ਹੋ ਜਾਏ ਤਾਂ ਉਸ ਦੀਆਂ ਨਾੜੀਆਂ ਵਿੱਚ ਨਵੀਂ ਜ਼ਿੰਦਗੀ ਭਰਨ ਲਈ ਸਦਾ ਸ਼ਹੀਦਾਂ ਦਾ ਖੂਨ ਹੀ ਸਿੰਜਿਆ ਜਾਂਦਾ ਹੈ। ਮੋਈਆਂ ਹੋਈਆਂ ਕੌਮਾਂ ਸ਼ਹੀਦਾਂ ਕੋਲੋਂ ਹੀ ਜੀਵਨ ਪ੍ਰਾਪਤ ਕਰਦੀਆਂ ਹਨ। ਸ਼ਹੀਦਾਂ ਦੀਆਂ ਹੱਡੀਆਂ ਦੀ ਬੁਨਿਆਦ 'ਤੇ ਹੀ ਹਮੇਸ਼ਾ ਕੌਮੀ ਜੀਵਨ ਦੇ ਮਲ ਉਸਰਦੇ ਹਨ। ਇੱਕ ਕਵੀ ਲਿਖਦਾ ਹੈ, ਡੁੱਲੇ ਜਾਂ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਕੌਮਾਂ ਦੇ ਮਹੱਲ ਇੱਟਾਂ, ਚੂਨੇ ਤੇ ਸੀਮਿੰਟ ਨਾਲ ਨਹੀਂ ਬਣਦੇ। ਉਹਨਾਂ ਲਈ ਤਾਂ ਸ਼ਹੀਦਾਂ ਦੀਆਂ ਹੱਡੀਆਂ, ਲਹੂ ਤੇ ਸਰੀਰ ਚਾਹੀਦਾ ਹੈ। ਇੱਕ ਕਵੀ ਕਹਿੰਦਾ ਹੈ, ਕਮਜ਼ੋਰ ਨਿਰਬਲ ਖਾਵਸੀ ਖੁਰਾਕ ਤਾਂ ਬਲ ਆਏਗਾ, ਪਤਲਾ ਤੇ ਜੁੱਸਾ ਮਾੜੂਆ ਮੱਖਣ ਨੂੰ ਖਾ ਪਲ ਜਾਏਗਾ। ਮਾੜੀਆਂ ਜੋ ਨਾੜੀਆਂ ਮਾਲਸ ਤੋਂ ਹਰੀਆਂ ਹੋਵਸਨ, ਜੋ ਕਰੰਗ ਹੈ ਦਿਸ ਆਮ ਦਾ ਦੁੱਧ ਦਹੀਂ ਖਾ ਪਲ ਜਾਏਗਾ। ਕਮਜ਼ੋਰ ਮਾੜੀ ਕੌਮ ਪਰ ਹੋਣਾ ਬਲੀ ਨਹੀਂ ਪਾਏਗੀ, ਚਰਬੀ ਸ਼ਹੀਦਾਂ ਦੀ ਜਦੋਂ ਤਿੱਕਰ ਮਲੀ ਨਹੀਂ ਜਾਏਗੀ।
ਇਸੇ ਕਵੀ ਦਾ ਬੰਦ ਹੈ ਜਿਸ ਵਿੱਚ ਉਹ ਦੱਸਦਾ ਹੈ ਕਿ ਸੱਚ ਹੈ ਕਿ ਚੁੰਨੀ ਇੱਟ ਦਾ ਪੱਕਾ ਮਕਾਨ ਬਣ ਜਾਏਗਾ, ਦਿਨ ਰਾਤ ਕਰ ਇੱਕ ਰਾਜ ਲਾਸੀ ਤਾਣ ਤਾਂ ਬਣ ਜਾਏਗਾ, ਮੀਨਾਕਾਰੀ ਜਾਲੀਆਂ ਰੋਸ਼ਾਂ ਤੇ ਉੱਚੀਆਂ ਮਾੜੀਆਂ, ਫਰਸ਼ ਮਰਮਰ ਕਲਸ ਸੋਹਣੇ ਆਲੀਸ਼ਾਂ ਬਣ ਜਾਏਗਾ, ਪਰ ਇੱਟ ਚੁੰਨੇ ਪੱਥਰੀ ਕੌਮੀ ਮਹਿਲ ਬਣਨਾ ਨਹੀਂ, ਹੱਡੀ ਸ਼ਹੀਦਾਂ ਪਿਸਕੇ ਜਾਂ ਖੂਨ ਦੇ ਵਿੱਚ ਰਲਣਾ ਨਹੀਂ। ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਸੀ ਕਿ ਗੁਰੂ ਨਾਨਕ ਦੇਵ ਜੀ ਇਸ ਰੋਗੀ ਭਾਰਤ ਦੇ ਸੱਚੇ ਵੈਦ ਸਨ। ਉਹਨਾਂ ਨੇ ਮਰੀਜ਼ਾਂ ਨੂੰ ਟੀਕੇ ਕੀਤੇ ਤੇ ਟਿਊਬਾਂ ਵਿੱਚ ਸ਼ਹੀਦਾਂ ਦਾ ਖੂਨ ਭਰ ਕੇ ਇਸ ਮੁਰਦੇ ਦੀਆਂ ਨਾੜੀਆਂ ਵਿੱਚ ਸਿੰਜਿਆ। ਭਾਈ ਤਾਰਾ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਜਿਨ੍ਹਾਂ ਨੇ ਆਪਣੀ ਸ਼ਹਾਦਤ ਨਾਲ ਬਾਬਰਵਾਣੀ ਦੇ ਵਿਰੁੱਧ ਲੋਕਾਂ ਵਿੱਚ ਜੀਵਨ ਸੰਚਾਰਿਆ ਤੇ ਸਦੀਆਂ ਪਿੱਛੋਂ ਭਾਰਤ ਵਰਸ਼ ਨੇ ਉਹ ਰੂਹ ਵੀ ਤੱਕੀ ਜੋ ਜ਼ੁਲਮ ਤੇ ਅਨਿਆਏ ਦੇ ਹੜ੍ਹ ਵਿਰੁੱਧ ਪਹਾੜ ਦੀ ਨਿੱਕੀ ਜਿਹੀ ਚਟਾਨ ਵਾਂਗ ਡਟ ਗਈ ਸੀ। ਸਿੱਖ ਖਾਨਦਾਨ ਪਿਛੋਕੜ ਵੱਲੋਂ ਤਾਂ ਭਾਰਤ ਦੀ ਪੀਸੀ ਹੋਈ ਬੇਅਣਖੀ ਹੋਈ ਕੌਮ ਵਿੱਚੋਂ ਹੀ ਹਨ, ਪਰ ਜਿਸ ਚੀਜ਼ ਨੇ ਇਹਨਾਂ ਨੂੰ ਸੂਰਮਿਆਂ ਦਾ ਸਰਦਾਰ ਤੇ ਬਲੀਆਂ ਦਾ ਮੋਢੀ ਬਣਾਇਆ, ਉਹ ਸ਼ਹੀਦਾਂ ਦੀ ਸ਼ਹਾਦਤ ਦਾ ਹੀ ਅਸਰ ਸੀ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕੋਈ ਕਮਜ਼ੋਰੀ ਪੈਦਾ ਹੁੰਦੀ ਰਹੀ, ਉਦੋਂ ਹੀ ਕੌਮ ਵਿੱਚ ਨਵੀਂ ਰੂਹ ਫੂਕਣ ਲਈ ਫੇਰ ਸ਼ਹੀਦੀ ਦੀ ਨਵੀਂ ਪਾਣ ਦਿੱਤੀ ਜਾਂਦੀ ਰਹੀ। ਸ਼ਹੀਦੀ ਸ਼ਹੀਦ ਨੂੰ ਤੇ ਉਸ ਦੇ ਆਸ਼ੇ ਨੂੰ ਅਮਰ ਕਰ ਦਿੰਦੀ ਹੈ। ਕੌਮ ਦੀ ਵੱਡੀ ਮਲਕੀਅਤ ਉਸ ਦੇ ਸ਼ਹੀਦ ਹਨ। ਉਹ ਕੌਮ ਜਿਸ ਦੀ ਬੁਨਿਆਦ ਸ਼ਹੀਦੀ ਖੂਨ ਨਾਲ ਰੱਖੀ ਗਈ ਹੋਵੇ, ਉਹ ਕਦਾਚਿਤ ਮਰ ਨਹੀਂ ਸਕਦੀ। ਸਿੱਖ ਨੂੰ ਫਖਰ ਹੈ ਕਿ ਦੁਨੀਆ ਦੀ ਕਿਸੇ ਅਜਿਹੀ ਘੱਟ ਗਿਣਤੀ ਵਾਲੀ ਕੌਮ ਨੇ ਇੰਨੇ ਉੱਚੇ ਆਸ਼ੇ ਵਾਲੇ ਤੇ ਇੰਨੇ ਸ਼ਹੀਦ ਪੈਦਾ ਨਹੀਂ ਕੀਤੇ ਜਿੰਨੇ ਸਿੱਖ ਕੌਮ ਨੇ ਕੀਤੇ ਹਨ। ਹਜ਼ਰਤ ਈਸਾ ਦੇ ਸੂਲੀ ਤੇ ਚਾੜੇ ਜਾਣ ਵਾਲੇ ਪ੍ਰਸੰਗ ਨੇ ਅੱਧੀ ਦੁਨੀਆ ਨੂੰ ਈਸਾਈ ਬਣਾ ਲਿਆ। ਕਰਬਲਾ ਦੇ ਜੰਗ ਦੇ ਸਾਕੇ ਨੇ ਮੁਸਲਮਾਨਾਂ ਅੰਦਰ ਇੱਕ ਖਾਸ ਸਪਿਰਿਟ ਭਰ ਦਿੱਤੀ ਤੇ ਸਿੱਖ ਸ਼ਹੀਦੀਆਂ ਨੇ ਹੀ ਖਾਲਸਾ ਪੰਥ ਨੂੰ ਅਟੱਲ ਕੀਤਾ ਹੈ। ਕਿਸੇ ਮਜ਼ਹਬ ਦੇ ਹਿੱਸੇ ਇੱਕ ਕੁਰਬਾਨੀ ਆਈ ਤੇ ਕਿਸੇ ਦੇ ਦੋ, ਪਰ ਸਿੱਖ ਕੌਮ ਨੂੰ ਤਾਂ ਗੁੜਤੀ ਹੀ ਕੁਰਬਾਨੀ ਦੀ ਮਿਲੀ ਹੈ। ਇਸ ਕੌਮ ਦੀ ਪਾਲਣਾ ਹੀ ਸ਼ਹੀਦੀ ਲੋਰੀਆਂ ਨਾਲ ਹੋਈ ਹੈ। ਭਾਈ ਸ਼ੇਰ ਸਿੰਘ ਕਸ਼ਮੀਰ ਵਾਲਿਆਂ ਨੇ ਸ਼ਹੀਦੀ ਤੇ ਬ੍ਰਹਮ ਗਿਆਨ ਵਿਸ਼ੇ ਬਾਰੇ ਲਿਖਿਆ ਸੀ ਕਿ ਹੋਰ ਕੌਮਾਂ ਦਾ ਇਤਿਹਾਸ ਤਾਂ ਕਾਨੀਆਂ ਤੇ ਸਿਹਾਈਆਂ ਨਾਲ ਲਿਖਿਆ ਗਿਆ ਹੈ, ਸਾਡਾ ਇਤਿਹਾਸ ਖੰਡੇ ਦੀ ਧਾਰ ਨਾਲ ਤੇ ਲਹੂ ਦੀ ਲਾਲੀ ਨਾਲ ਉਕਰਿਆ ਹੋਇਆ ਹੈ। ਇਹ ਅਦਭੁਤ ਲੇਖਣੀ ਸਾਡਾ ਮਾਣ ਹੈ। ਸ਼ਹੀਦਾਂ ਦਾ ਲਹੂ ਹੀ ਸਿੱਖਾਂ ਦੀ ਅਬਚਲੀ ਨਹੀਂ ਹੈ। ਸਿੱਖ ਇਤਿਹਾਸ ਦੀ ਜਿੰਦ ਜਾਨ ਹੀ ਸ਼ਹੀਦਾਂ ਦੇ ਸਿਰ ਧਰ ਤਲੀ ਗਲੀ ਮੇਰੀ ਆਓ ਦੇ ਸਾਕੇ ਹਨ। ਕੁਰਬਾਨੀ ਤਾਂ ਹੋਰ ਕਈ ਦੇਸ਼ਾਂ ਤੇ ਕੌਮਾਂ ਦੇ ਬਹਾਦਰ ਸਪੁੱਤਰਾਂ ਨੇ ਵੀ ਕੀਤੀ ਹੈ, ਪਰ ਸਿੱਖਾਂ ਵਰਗੀ ਕੁਰਬਾਨੀ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲ ਸਕਦੀ। ਭਾਈ ਮਨੀ ਸਿੰਘ ਜੀ ਵਰਗਾ ਕਿਹੜਾ ਇਨਸਾਨ ਹੋਰ ਕਿਧਰੇ ਅਜਿਹਾ ਇਤਿਹਾਸ ਪੈਦਾ ਕਰ ਸਕਿਆ ਹੈ, ਜਿਸ ਨੂੰ ਸ਼ਹੀਦ ਕਰਨ ਲਈ ਪਹਿਲਾਂ ਇੱਕ ਹੱਥ ਫੜਿਆ ਹੋਵੇ ਤੇ ਉਹਦੇ ਹਰ ਇੱਕ ਜੋੜ ਨੂੰ ਪਹਿਲਾਂ ਵੱਖ ਕੀਤਾ ਹੋਵੇ, ਫਿਰ ਦੂਜੇ ਹੱਥ ਨੂੰ ਵੱਢਿਆ ਹੋਵੇ। ਇਸੇ ਤਰ੍ਹਾਂ ਲੱਤਾਂ, ਬਾਹਾਂ ਤੇ ਸਰੀਰ ਦੇ ਟੋਟੇ ਕੀਤੇ ਹੋਣ। ਅਨੇਕਾਂ ਵਾਰ ਟੋਕਾ ਆਪਣਾ ਵਾਰ ਕਰ ਜਾਏ, ਪਰ ਬਹਾਦਰ ਸੂਰਬੀਰ ਸਭ ਦੁੱਖ ਬਰਦਾਸ਼ਤ ਕਰਕੇ ਸ਼ਹਾਦਤ ਪ੍ਰਾਪਤ ਕਰ ਲਵੇ। ਇਸ ਤਰ੍ਹਾਂ ਮਤੀਦਾਸ ਜੀ ਵਰਗਾ ਇਨਸਾਨ ਵੀ ਹੋਰ ਕਿਧਰੇ ਨਜ਼ਰ ਨਹੀਂ ਆਉਂਦਾ, ਜਿਸ ਦੇ ਸੀਸ ਤੇ ਆਰਾ ਰੱਖ ਕੇ ਸਿਰ ਲੱਕੜੀ ਦੇ ਮੋਛੇ ਦੀ ਤਰ੍ਹਾਂ ਚੀਰਿਆ ਜਾ ਰਿਹਾ ਹੋਵੇ, ਪਰ ਪਵਿੱਤਰ ਮੁਖ ਤੋਂ ਚੀਕ ਚਿਹਾੜਾ ਜਾਂ ਕੂਕ ਫਰਿਆਦ ਤੇ ਹਾਲ ਪਾਰਿਆਂ ਦੀ ਥਾਂ ਪਵਿੱਤਰ ਗੁਰਬਾਣੀ ਦਾ ਪਾਠ ਨਿਕਲ ਰਿਹਾ ਹੋਵੇ। ਮੈਨੂੰ ਤਾਂ ਇਤਿਹਾਸ ਵਿੱਚ ਕਿਧਰੇ ਹੋਰ ਥਾਂ ਅਜਿਹੀਆਂ ਮਾਵਾਂ ਵੀ ਨਹੀਂ ਨਜ਼ਰ ਆਈਆਂ ਜੋ ਆਪਣੇ ਬੱਚਿਆਂ ਦੇ ਆਪਣੀਆਂ ਅੱਖਾਂ ਦੇ ਸਾਹਮਣੇ ਟੁਕੜੇ ਹੁੰਦੇ ਵੇਖ ਸਕਣ। ਪੁੱਤਰ ਨੇਜਿਆਂ ਤੇ ਟੰਗੇ ਹੋਏ ਹੋਣ ਤੇ ਮਾਵਾਂ ਤੇਰਾ ਕੀਆ ਮਿੱਠਾ ਲੱਗੈ ਗਾ ਰਹੀਆਂ ਹੋਣ। ਨਾ ਹੀ ਅਜਿਹੇ ਮਾਸੂਮ ਬੱਚੇ ਹੋਰ ਕਿਧਰੇ ਮਿਲਦੇ ਹਨ ਜਿਨ੍ਹਾਂ ਨੂੰ ਕੰਧਾਂ ਵਿੱਚ ਖੜਾ ਕਰਕੇ ਚਿਣਾ ਦਿੱਤਾ ਹੋਵੇ ਤੇ ਉਹ ਸੀ ਤੱਕ ਨਾ ਕਰਨ। ਜ਼ੁਲਮ ਇਤਨਾ ਵਧਿਆ ਹੋਵੇ ਕਿ ਗੋਡੇ ਤੇ ਆ ਕੇ ਇੱਟ ਕੱਟ ਕੇ ਠੀਕ ਕਰਨ ਦੀ ਥਾਂ
ਗੋਡੇ ਦੀ ਛੂਣੀ ਲਾਹ ਦਿੱਤੀ ਜਾਵੇ, ਪਰ ਨਿੱਕੀਆਂ ਨਿੱਕੀਆਂ ਕਲੀਆਂ ਉਸੇ ਤਰ੍ਹਾਂ ਖਿੜੀਆਂ ਰਹਿਣ। ਇੱਥੇ ਹੀ ਬਸ ਨਹੀਂ, ਚਰਖੜੀਆਂ 'ਤੇ ਚੜ੍ਹਨ, ਦੇਗਾਂ ਵਿੱਚ ਉਬਲਣ, ਖੋਪਰੀ ਉਤਰਵਾਣ ਦੀਆਂ ਘਟਨਾਵਾਂ ਵੀ ਹੋਰ ਕਿਧਰੇ ਨਹੀਂ ਮਿਲਦੀਆਂ। ਅਸਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਹੀ ਅੰਦੋਲਨ ਸ਼ੁਰੂ ਕਰਕੇ ਰੱਖੀ ਤੇ ਸਮੇਂ ਦੀਆਂ ਸਾਰੀਆਂ ਜਾਬਰ ਤਾਕਤਾਂ ਨਾਲ ਟੱਕਰ ਲਈ। ਇੱਕ ਪਾਸੇ ਹਮਲਾ ਕਰਕੇ ਆਏ ਬਾਬਰ ਦੀ ਅਨਿਆਈ ਸ਼ਕਤੀ ਤੇ ਕਾਰਵਾਈ ਵਿਰੁੱਧ ਆਵਾਜ਼ ਉਠਾਈ ਤੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਕੇ ਨਾਅਰਾ ਮਾਰਿਆ। ਬਾਬਰ ਨੇ ਜੇਲ੍ਹ ਵਿੱਚ ਪਾ ਦਿੱਤਾ ਤੇ ਚੱਕੀਆਂ ਪੀਣ ਤੇ ਲਾ ਦਿੱਤਾ। ਉਹਨੂੰ ਛੇਤੀ ਹੀ ਸੱਚ ਆਤਮਾ ਦਾ ਪਤਾ ਲੱਗ ਗਿਆ। ਨਹੀਂ ਤੇ ਹੋ ਸਕਦਾ ਸੀ ਕਿ ਉਹਦੇ ਅਤਿਆਚਾਰਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਵੀ ਮਹਾਨ ਕੁਰਬਾਨੀ ਦੇਣੀ ਪੈਂਦੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਪਿਛਾਂਹ ਖਿੱਚੂ ਤੇ ਮਾਨਵ ਵਿਰੋਧੀ ਰਿਵਾਜਾਂ ਤੇ ਰਵਾਇਤਾਂ ਦੀ ਵਿਰੋਧਤਾ ਕੀਤੀ ਤੇ ਮਾੜੀਆਂ ਤਾਕਤਾਂ ਨਾਲ ਟੱਕਰ ਲਈ। ਇਹ ਟੱਕਰ 10 ਗੁਰੂ ਸਾਹਿਬਾਨ ਤੇ ਉਹਨਾਂ ਤੋਂ ਪਿੱਛੋਂ ਖਾਲਸਾ ਪੰਥ ਨੇ ਲਗਾਤਾਰ ਜਾਰੀ ਰੱਖੀ। ਮੁਗਲਾਂ ਤੇ ਅੰਗਰੇਜ਼ੀ ਰਾਜ ਵਿੱਚ ਸਿੱਖ ਕੌਮ ਨੇ ਕਈ ਅੰਦੋਲਨ ਕੀਤੇ, ਜਿਨ੍ਹਾਂ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕੁਰਬਾਨੀ ਦਿੱਤੀ ਤੇ ਸ਼ਹੀਦ ਹੋਏ। ਇਹ ਸਿਲਸਿਲਾ ਦੇਸ਼ ਦੇ ਆਜ਼ਾਦ ਹੋਣ ਪਿੱਛੋਂ ਵੀ ਜਾਰੀ ਹੈ ਤੇ ਜਦ ਤੱਕ ਧੱਕੇ, ਵਧੀਕੀ ਤੇ ਅਤਿਆਚਾਰ ਦਾ ਦੌਰ ਜਾਰੀ ਰਹੇਗਾ, ਸ਼ਹੀਦ ਆਤਮਾਵਾਂ ਬਲੀਦਾਨ ਲਈ ਨਿਤਰਦੀਆਂ ਰਹਿਣਗੀਆਂ।